ਅੱਜ ਦੀ ਡੇਟ 'ਚ ਛੋਟੇ ਤੋਂ ਛੋਟਾ 1 ਸਾਲ ਦਾ ਬੱਚਾ ਵੀ ਟਾਈਪ 1 ਸ਼ੂਗਰ ਦਾ ਮੇਰੇ ਕੋਲ ਆ ਰਿਹਾ ਹੈ। ਔਰ ਬਜ਼ੁਰਗ ਤਾਂ ਤੁਹਾਨੂੰ ਪਤਾ ਹੀ ਹੈ, ਘਰ ਘਰ ਡਾਇਬੀਟੀਜ਼ ਹੋ ਰਹੀ ਹੈ, ਹਰ ਬੰਦੇ ਨੂੰ ਹੋ ਰਹੀ ਹੈ। ਛੋਟੇ ਬੱਚੇ 8-9 ਸਾਲ, 10 ਸਾਲ, 11 ਸਾਲ, ਕੋਈ ਏਜ ਲਿਮਿਟ ਤਾਂ ਰਹੀ ਨਹੀਂ। ਜਿਹੜਾ ਸਭ ਤੋਂ ਮੇਜਰ ਕਾਰਨ ਹੈ, ਸ਼ੂਗਰ ਇਜ਼ ਅ ਲਾਈਫਸਟਾਈਲ ਡਿਸਆਰਡਰ। ਲਾਈਫਸਟਾਈਲ ਜਦ ਤੱਕ ਆਪਾਂ ਆਪਣਾ ਠੀਕ ਨਹੀਂ ਕਰਾਂਗੇ ਤਦ ਤੱਕ ਸ਼ੂਗਰ ਹੁੰਦੀ ਹੀ ਰਹੇਗੀ। ਡਾਇਬੀਟੀਜ਼ ਕਈ ਵਾਰੀ ਲੋਕਾਂ 'ਚ ਮੈਂ ਇਹ ਵੀ ਸੁਣਿਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਡਾਇਬੀਟੀਜ਼ ਹੋ ਚੁੱਕੀ ਹੈ। ਈਵਨ ਅਵੇਅਰਨੈਸ ਘੱਟ ਹੈ ਕਿ ਸਿੰਪਟਮਸ ਤੇ ਸਿੰਬਲ ਕੀ ਇਹੋ ਜਿਹੇ ਇਹਦੇ ਹੈਗੇ ਨੇ ਜਿੱਥੋਂ ਪਤਾ ਲੱਗ ਸਕਦਾ। ਸਭ ਤੋਂ ਮੇਨ ਸਿੰਪਟਮ ਜਿਹੜਾ ਰਹਿੰਦਾ ਹੈ ਕਿ ਭਾਰ ਘਟਣਾ ਸ਼ੁਰੂ ਹੋ ਜਾਣਾ ਔਰ ਉਸ ਤੋਂ ਬਾਅਦ ਬਾਰ-ਬਾਰ ਪਿਆਸ ਲੱਗਣੀ, ਬਾਰ-ਬਾਰ ਯੂਰਿਨ ਜਾਣਾ, ਰਾਤ ਨੂੰ ਸਪੈਸ਼ਲੀ ਬਾਰ-ਬਾਰ ਯੂਰਿਨ ਜਾਣਾ। ਟਾਈਪ 1 ਡਾਇਬੀਟੀਜ਼ ਦੇ ਵਿੱਚ ਕੀ ਹੈ ਕਿ ਸਾਡੇ ਜਿਹੜੇ ਬੀਟਾ ਸੈਲਸ ਹੈ ਉਹ ਜਿੰਦਾ ਹੀ ਨਹੀਂ ਰਹਿੰਦੇ, ਉਹ ਮਾੜੀ ਜਿਹੀ ਵੀ ਇਨਸੂਲਿਨ ਮੈਨੂਫੈਕਚਰ ਨਹੀਂ ਕਰਦੇ। ਜਿੱਦਾਂ ਹੁਣ ਟਾਈਪ 2 ਵਾਲੇ ਜਿਹੜੇ ਵੀ ਬੰਦੇ ਹੁੰਦੇ ਆ, ਉਹਨਾਂ ਦਾ ਜਿਹੜਾ ਸ਼ੂਗਰ ਲੈਵਲ ਆਏਗਾ 200, 250, 300 ਔਰ ਟਾਈਪ 1 ਵਾਲਿਆਂ ਦਾ ਸ਼ੂਗਰ ਲੈਵਲ ਆਇਆ ਸਿੱਧਾ 400। ਇਹ ਸਭ ਤੋਂ ਵੱਡੀ ਮੇਨ ਚੀਜ਼ ਹੈ। ਔਰ ਉਹਨਾਂ ਨੂੰ ਗੋਲੀਆਂ ਅਸਰ ਵੀ ਨਹੀਂ ਕਰਨਗੀਆਂ, ਉਹਨਾਂ ਨੂੰ ਸਿੱਧਾ ਇਨਸੂਲਿਨ ਹੀ ਦੇਣਾ ਪਏਗਾ। ਸ਼ੁਰੂਆਤ 'ਚ ਡਾਕਟਰ ਪਹਿਲੇ ਸਾਲ 1 ਗੋਲੀ ਲਾਉਂਦਾ ਹੈ, ਫਿਰ 2-4 ਸਾਲ ਬਾਅਦ 2 ਗੋਲੀਆਂ ਹੋ ਜਾਂਦੀਆਂ, ਫਿਰ 3, ਫਿਰ 4, ਫਿਰ ਕਹਿੰਦਾ ਜੀ ਇਨਸੂਲਿਨ। ਜਿਨ੍ਹਾਂ ਨੇ ਡਾਇਬੀਟੀਜ਼ 30 ਸਾਲ ਤੋਂ ਹੋਈ ਹੈ ਉਹ ਇਹ ਗੱਲ ਨੂੰ ਸੱਚਾ ਮੰਨਣਗੇ ਔਰ ਇਹ ਦੱਸਣਗੇ ਜਿਹੜੇ ਕਿ ਹੁਣ ਇਨਸੂਲਿਨ ਤੇ ਵੀ ਹੈਗੇ ਆ ਕਿ ਪਹਿਲਾਂ ਅਗਰ ਆਪਾਂ ਸਹੀ ਢੰਗ ਨਾਲ, ਸਹੀ ਤਰੀਕੇ ਨਾਲ ਇਹਨੂੰ ਮੈਨੇਜ ਕੀਤਾ ਹੁੰਦਾ, ਟ੍ਰੀਟ ਕਰਾਇਆ ਹੁੰਦਾ ਤੇ ਅੱਜ ਉਹ ਇਨਸੂਲਿਨ ਲਗਾਉਣ ਵਾਲੀ ਸਥਿਤੀ ਤੇ ਨਹੀਂ ਪਹੁੰਚਦੇ। ਸ਼ੂਗਰ ਜਿਹੜਾ ਹੈ ਨਾ ਤੇਜ਼ਾਬ ਵਰਗਾ ਹੈ ਮੇਰੇ ਦੋਸਤੋ। ਜਿਹੜੇ ਵੀ ਅੰਗ ਤੇ ਪਿਆ ਉਹ ਅੰਗ ਖਰਾਬ। ਹਾਰਟ ਤੇ ਪਿਆ ਹਾਰਟ ਵਾਲੀ ਪ੍ਰੋਬਲਮ ਹੋ ਜਾਂਦੀ ਹੈ, ਕਿਡਨੀ ਤੇ ਪਿਆ ਕਿਡਨੀ ਵਾਲੀ ਪ੍ਰੋਬਲਮ ਹੋ ਜਾਂਦੀ ਹੈ, ਅੰਗਾਂ ਤੇ ਪਿਆ, ਸਨਾਯੂ ਤੇ ਪਿਆ, ਹੱਥ ਪੈਰ ਸੌਣ ਲੱਗ ਜਾਣਗੇ। ਡਾਇਬੀਟਿਕ ਫੁੱਟ ਜਿਹੜਾ ਹੈ ਉਹ ਇਹ ਕਰਕੇ ਤਾਂ ਹੋ ਰਿਹਾ ਹੈ। ਰਾਈਟ ਟਾਈਮ ਤੇ ਤੁਸੀਂ ਡਾਕਟਰ ਕੋਲ ਆਓ, ਕਿਉਂਕਿ ਤਬ ਕੀ ਕਰੇਗਾ ਜਬ ਚਿੜੀਆ ਚੁੱਗ ਗਈ ਖੇਤ। ਇਹ ਬਹੁਤ ਵੱਡੀ ਗੱਲ ਹੈ। ਜਿਹੜੇ ਪੇਸ਼ੈਂਟ ਸਾਡੇ ਕੋਲ ਟਾਈਮ ਸਿਰ ਆਉਂਦੇ ਆ, ਅਸੀਂ ਉਹਨਾਂ ਦੀ ਡਾਇਬੀਟੀਜ਼ ਰਿਵਰਸ ਵੀ ਕਰਦੇ ਹਾਂ ਦੋਸਤੋ। ਕੀ ਕਰਨਾ ਹੈ? ਆਮਲਾ, ਗਿਲੋਏ ਤੇ ਹਲਦੀ, ਸਾਰੀ ਕਿਚਨ ਹਰਬਸ ਹੈ ਦੋਸਤੋ। ਇਹਦਾ ਸਾਰਿਆਂ ਦਾ 100-100 ਗ੍ਰਾਮ ਲੈ ਕੇ ਇਕੱਠਾ ਕਰ ਲੈਣਾ। 1 ਚਮਚ ਸਵੇਰੇ, 1 ਚਮਚ ਸ਼ਾਮ ਨੂੰ, ਖਾਲੀ ਪੇਟ ਫੱਕੀ ਮਾਰਨੀ ਹੈ ਗਰਮ ਪਾਣੀ ਦੇ ਨਾਲ। ਪਨੀਰ ਡੋਡੀ, ਵਿਜੇ ਸਾਠ ਤੇ ਗੁੜਮਾਰ ਬੁੱਟੀ, ਇਹ ਤਿੰਨਾਂ ਨੂੰ 100-100 ਗ੍ਰਾਮ ਲੈ ਕੇ ਚੂਰਨ ਕਰ ਲਓ। ਇਹਨੂੰ 1 ਚਮਚ ਰਾਤੀ ਭਿਗੋ, ਸਵੇਰੇ ਉੱਠ ਕੇ ਇਹਨੂੰ ਬਾਲ ਕੇ ਇਹਦਾ ਪਾਣੀ ਪੀ ਲਓ ਖਾਲੀ ਪੇਟ। ਸਵੇਰੇ ਸ਼ਾਮ 2 ਟਾਈਮ ਕਰ ਲਓ ਤੇ ਮਹੀਨੇ ਬਾਅਦ ਦੱਸਣਾ ਜਿਹੜੀ ਤੋਂ ਸ਼ੂਗਰ ਤੁਹਾਡੀ 250, 300 ਰਹਿ ਰਹੀ ਸੀ ਉਹ ਹੁਣ ਕਿੱਥੇ ਪਹੁੰਚ ਗਈ। ਅਸੀਂ ਇੱਥੇ ਲੈ ਕੇ ਆਏ, ਮੇਰੇ ਬੇਟੇ 'ਚ ਕਾਫੀ ਫਰਕ ਆ ਤੇ ਇਹਦਾ ਸ਼ੂਗਰ ਲੈਵਲ ਵੀ ਬਹੁਤ ਜ਼ਿਆਦਾ ਘੱਟ। 5 ਦਿਨ ਤੋਂ ਇੱਥੇ ਆ ਰਹੇ ਆ ਤੇ ਬਾਹਰ ਕੁਝ ਥੈਰੇਪੀਜ਼ ਕਰਾ ਕੇ ਕੁਝ ਫਰਕ ਨਹੀਂ ਪਿਆ। ਇਹਨਾਂ ਦੀ ਬਾਂਹ ਜਿਹੜੀ ਹੈਗੀ ਹੈ ਰਾਈਟ ਹੈਂਡ ਸਾਈਡ ਉਹ ਅੱਧੀ ਉੱਠਦੀ ਸੀਗੀ ਤੇ ਉੱਥੇ ਉਹਨਾਂ ਨੇ ਕਹਿਤਾ ਸੀ ਇਸ ਤੋਂ ਜ਼ਿਆਦਾ ਨਹੀਂ ਇੰਪਰੂਵਮੈਂਟ ਹੋਣੀ। ਹੁਣ ਅਸੀਂ ਇੱਥੇ 5 ਦਿਨ ਤੋਂ ਕਰਾ ਰਹੇ ਹਾਂ ਤੇ ਆਪਣੀ ਬਾਂਹ ਹੁਣ ਚੱਕ ਪਾ ਰਹੇ ਨੇ ਉੱਤੇ ਤੱਕ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਨਸ ਪੰਜਾਬ ਤੇ ਮੈਂ ਸ਼ਿਵਾਨੀ। ਦੋਸਤੋ, ਜੇ ਅਸੀਂ ਗੱਲ ਕਰੀਏ ਹੈਲਥ ਦੀ ਤੇ ਹੈਲਥ ਵਿੱਚ ਸ਼ੂਗਰ ਜਿਹੜੀ ਇੱਕ ਇਹੋ ਜਿਹੀ ਬਿਮਾਰੀ ਹੈ ਜੋ ਅੱਜ ਘਰ ਘਰ ਵੇਖਣ ਨੂੰ ਮਿਲ ਰਹੀ ਹੈ। ਬੱਚਾ ਹੋਵੇ, ਬੁੱਢਾ ਹੋਏ, ਵੱਡੀ ਉਮਰ ਦਾ ਹੋਏ, ਵਿਚਲੀ ਉਮਰ ਦਾ ਹੋਏ, ਕਿਤੇ ਨਾ ਕਿਤੇ ਸ਼ੂਗਰ ਜਿਹੜੀ ਬਿਮਾਰੀ ਹੈ ਹਰ ਇੱਕ ਨੂੰ ਆਪਣੇ ਚਪੇਟ ਵਿੱਚ ਲੈ ਰਹੀ ਹੈ। ਤੇ ਸ਼ੂਗਰ ਦਾ ਨਾਮ ਸੁਣਦੇ ਹੀ ਹਰ ਇੱਕ ਦਿਮਾਗ 'ਚ ਆਉਂਦਾ ਪਤਾ ਨਹੀਂ ਕਿੰਨੀ ਕੁ ਲੰਬੀ ਜਾਏਗੀ, ਸਰੀਰ ਦੇ ਕਿਸ ਅੰਗ ਨੂੰ ਖਰਾਬ ਕਰੇਗੀ, ਠੀਕ ਹੋਏਗੀ ਕਿ ਨਹੀਂ ਹੋਏਗੀ। ਪਰ ਸ਼ੂਗਰ ਦਾ ਇਲਾਜ
ਹੈ ਪੋਸੀਬਲ ਕਿ ਨਹੀਂ ਹੈ, ਕਿ ਸਾਰੀ ਉਮਰ ਦਵਾਈ ਖਾਣੀ ਪਏਗੀ? ਇਹ ਚੀਜ਼ਾਂ ਦਿਮਾਗ ਦੇ ਵਿੱਚ ਬੜੇ ਕੁਐਸਚਨਸ ਖੜੇ ਕਰ ਦਿੰਦੀਆਂ ਨੇ। ਇਸ ਸਿਲਸਿਲੇ 'ਚ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਮਿਲਵਾਨ ਆਯੁਰਵੇਦਾ ਸਪੈਸ਼ਲਿਸਟ ਦੇ ਨਾਲ, ਜੋ ਕਿ ਸ਼ੂਗਰ ਨੂੰ ਠੀਕ ਕਰਨ ਦੇ ਤੁਹਾਨੂੰ ਕਈ ਰਸਤੇ ਦੱਸਣਗੇ ਆਯੁਰਵੇਦਾ ਰਾਹੀਂ, ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੋਏਗਾ। ਜੀ ਹਾਂ, ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਆਯੁਰਵੇਦਾ ਸਪੈਸ਼ਲਿਸਟ ਦੇ ਨਾਲ, ਡਾਕਟਰ ਸ਼੍ਰੀਧਰ ਅਗਰਵਾਲ ਜੀ ਦੇ ਨਾਲ, ਜੋ ਕਿ 18 ਸਾਲਾਂ ਤੋਂ ਆਯੁਰਵੇਦਾ ਦੇ ਵਿੱਚ ਹੀ ਡਾਇਬੀਟੀਜ਼ ਦੇ ਪੇਸ਼ੈਂਟਸ ਨੂੰ ਠੀਕ ਕਰ ਰਹੇ ਨੇ। ਕਾਫੀ ਐਕਸਪੀਰੀਅੰਸ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਹੀ ਪੇਸ਼ੈਂਟਸ ਨੂੰ ਠੀਕ ਕੀਤਾ ਹੁਣ ਤੱਕ। ਆਓ ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਸਕਾਈਲਸ ਪੰਜਾਬ ਤੇ। ਥੈਂਕ ਯੂ ਸਰ। ਸਰ, ਜਿਵੇਂ ਤੁਸੀਂ ਕਿਹਾ ਕਿ ਸ਼ੂਗਰ ਆਯੁਰਵੇਦਾ ਰਾਹੀਂ ਵੀ ਠੀਕ ਹੋ ਸਕਦੀ ਹੈ, ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗੀ ਕਿ ਜਿਹੜੀ ਸ਼ੂਗਰ ਹੈ, ਡਾਇਬੀਟੀਜ਼ ਹੈ, ਇਹ ਕਿਸੇ ਵੀ ਉਮਰੇ ਹੋ ਜਾ ਰਹੀ ਹੈ, ਇਹਦਾ ਕੋਈ ਲਿਮਿਟ ਨਹੀਂ ਹੈ, ਇਹਦੇ ਰੀਜ਼ਨ ਕੀ ਹੈ ਮੇਨ? ਦੇਖੋ, ਅੱਜ ਦੀ ਡੇਟ 'ਚ ਛੋਟੇ ਤੋਂ ਛੋਟਾ 1 ਸਾਲ ਦਾ ਬੱਚਾ ਵੀ ਟਾਈਪ 1 ਸ਼ੂਗਰ ਦਾ ਮੇਰੇ ਕੋਲ ਆ ਰਿਹਾ ਨੇ, ਔਰ ਬਜ਼ੁਰਗ ਤਾਂ ਤੁਹਾਨੂੰ ਪਤਾ ਹੀ ਹੈ, ਘਰ ਘਰ ਡਾਇਬੀਟੀਜ਼ ਹੋ ਰਹੀ ਹੈ, ਹਰ ਬੰਦੇ ਨੂੰ ਹੋ ਰਹੀ ਹੈ। ਛੋਟੇ ਬੱਚੇ 8-9 ਸਾਲ, 10 ਸਾਲ, 11 ਸਾਲ, ਕੋਈ ਏਜ ਲਿਮਿਟ ਤਾਂ ਰਹੀ ਨਹੀਂ। ਤੇ ਇਹ ਜਿਹੜਾ ਸਭ ਤੋਂ ਮੇਜਰ ਕਾਰਨ ਹੈ, ਸ਼ੂਗਰ ਇਜ਼ ਅ ਲਾਈਫ ਸਟਾਈਲ ਡਿਸਆਰਡਰ। ਲਾਈਫ ਸਟਾਈਲ ਜਦ ਤੱਕ ਆਪਾਂ ਆਪਣਾ ਠੀਕ ਨਹੀਂ ਕਰਾਂਗੇ ਤਦ ਤੱਕ ਸ਼ੂਗਰ ਹੁੰਦੀ ਹੀ ਰਹੇਗੀ। ਕੀ ਆਇਆ, ਅੱਜ ਤੋਂ ਕੁਝ ਸਾਲ ਪਹਿਲਾਂ ਆਪਾਂ ਹਰ ਕੰਮ ਹੱਥ ਨਾਲ ਕਰਦੇ ਸੀਗੇ, ਆਪਾਂ ਨੂੰ ਆਦਤ ਨਹੀਂ ਸੀਗੀ ਇੰਨੀ ਮਸ਼ੀਨਰੀ ਯੂਜ਼ ਕਰਨ ਦੀ। ਜਦੋਂ ਤੋਂ ਮਸ਼ੀਨੀ ਯੁੱਗ ਆਇਆ, ਮਸ਼ੀਨਾਂ ਯੂਜ਼ ਕਰਨ ਲੱਗੇ, ਐਕਸਰਸਾਈਜ਼ ਆਪਾਂ ਕਿਤਨੀ, ਢਿੱਡ ਆਪਣੇ ਬਾਹਰ ਆ ਗਏ। ਜਦੋਂ ਢਿੱਡ ਬਾਹਰ ਆ ਗਏ ਤਾਂ ਬਿਮਾਰੀਆਂ ਤਾਂ ਡੈਫੀਨੇਟਲੀ ਆਉਣਗੀਆਂ ਹੀ ਬਾਹਰ। ਉਹਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਜਿਹੜੀ ਆਈ, ਸ਼ੂਗਰ ਨਿਕਲ ਕੇ ਆਈ, ਜਿਹੜੀ ਕਿ ਪੰਜਾਬੀ ਲੋਕਾਂ ਨੂੰ ਤਾਂ ਸਪੈਸ਼ਲੀ ਸਭ ਤੋਂ ਜ਼ਿਆਦਾ ਹੋ ਰਹੀ ਹੈ, ਕਿਉਂਕਿ ਇੱਥੇ ਦਾ ਖਾਣ ਪੀਣ, ਆਹਾਰ ਵਿਹਾਰ ਇੰਨਾ ਜ਼ਿਆਦਾ ਹੈ ਕਿ ਆਪਾਂ ਉਹਦੇ ਬਾਰੇ ਸੋਚ ਹੀ ਨਹੀਂ ਪਾਉਂਦੇ, ਇਸ ਕਰਕੇ ਸ਼ੂਗਰ ਹੋ ਰਹੀ ਹੈ। ਉਸ ਤੋਂ ਬਾਅਦ ਰੈਸਟਿੰਗ ਫੇਸ ਰਹਿਣਾ, ਜਿੱਦਾਂ ਆਪਾਂ ਸਾਰਾ ਦਿਨ ਬੈਠੇ ਹੀ ਰਹਿੰਦੇ ਹਾਂ। ਉਸ ਤੋਂ ਬਾਅਦ ਗੱਡੀਆਂ 'ਚ ਘੁੰਮਦੇ ਹਾਂ, ਵਾਕ ਕਰਦੇ ਨਹੀਂ, ਔਰ ਨੌਨ ਵੈਜੀਟੇਰੀਅਨ ਫੂਡ ਬਹੁਤ ਜ਼ਿਆਦਾ ਖਾਂਦੇ ਹਾਂ, ਰਾਤ ਨੂੰ ਖਾਂਦੇ ਹਾਂ, ਜਲਦੀ ਸੋ ਜਾਂਦੇ ਹਾਂ, ਰਾਤ ਜਾਗਣਾ। ਇਹ ਬਹੁਤ ਸਾਰੇ ਕਾਰਨ ਹੈਗੇ ਹੈ ਡਾਇਬੀਟੀਜ਼ ਦੇ, ਕਈ ਵਾਰ ਕੋਈ ਕਾਰਨ ਵੀ ਨਹੀਂ ਮਿਲਦਾ। ਸੋ ਜਿਵੇਂ ਕਿ ਸਰ ਨੇ ਕਿਹਾ, ਇਨ ਸ਼ਾਰਟ ਕਿ ਲਾਈਫ ਸਟਾਈਲ ਵੱਡਾ ਰੀਜ਼ਨ ਹੈ ਲੋਕਾਂ ਦਾ, ਜਿਸ ਕਰਕੇ ਸ਼ੂਗਰ ਬਹੁਤ ਵੱਧ ਰਹੀ ਹੈ। ਸਰ, ਅਗਲਾ ਕੁਐਸਚਨ ਮੇਰੇ ਮਾਈਂਡ 'ਚ ਆ ਰਿਹਾ ਹੈ, ਜਿਵੇਂ ਕਿ ਹੁਣ ਇਹ ਚੀਜ਼ ਤੇ ਹੋ ਰਹੀ ਹੈ, ਤੇ ਡਾਇਬੀਟੀਜ਼ ਕਈ ਵਾਰੀ ਲੋਕਾਂ 'ਚ ਮੈਂ ਇਹ ਵੀ ਸੁਣਿਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਡਾਇਬੀਟੀਜ਼ ਹੋ ਚੁੱਕੀ ਹੈ, ਈਵਨ ਅਵੇਅਰਨੈਸ ਘੱਟ ਹੈ ਕਿ ਸਿੰਪਟਮਸ ਤੇ ਸਿੰਬਲ ਕੀ ਇਹੋ ਜਿਹੇ ਇਹਦੇ ਹੈਗੇ ਨੇ ਜਿੱਥੋਂ ਪਤਾ ਲੱਗ ਸਕਦਾ। ਦੇਖੋ, ਇੱਕ ਤਾਂ ਹੈ ਲਾਈਫ ਸਟਾਈਲ ਵਾਲਾ ਡਾਇਬੀਟੀਜ਼। ਦੋ ਤਰ੍ਹਾਂ ਦੀ ਡਾਇਬੀਟੀਜ਼ ਹੁੰਦੀ ਹੈ, ਇੱਕ ਹੈ ਟਾਈਪ 1, ਇੱਕ ਹੈ ਟਾਈਪ 2। ਟਾਈਪ 1 ਦੇ ਵਿੱਚ ਕੀ ਹੈ ਕਿ ਹਰ ਪੇਸ਼ੈਂਟ ਨੂੰ ਇਨਸੂਲਿਨ ਦਿੱਤੀ ਜਾਂਦੀ ਹੈ, ਤੇ ਟਾਈਪ 2 ਦੇ ਵਿੱਚ ਦਵਾਈਆਂ ਰਾਹੀਂ ਠੀਕ ਕੀਤਾ ਜਾਂਦਾ ਹੈ। ਤੇ ਤੀਜਾ ਟਾਈਪ 2 ਕਈ ਵਾਰੀ ਇੰਨਾ ਅਨਕੰਟਰੋਲਡ ਹੋ ਜਾਂਦਾ ਹੈ ਕਿ ਉਹਦੇ ਵਿੱਚ ਇਨਸੂਲਿਨ, ਸ਼ੂਗਰ ਦੀ ਜਿਹੜੀ ਦਵਾਈ ਉਹ ਕੰਮ ਨਹੀਂ ਕਰਦੀ, ਫਿਰ ਆਪਾਂ ਨੂੰ ਇਨਸੂਲਿਨ ਦੇਣਾ ਪੈਂਦਾ। ਤਾਂ ਮੈਂ ਇਹ ਦੱਸਣਾ ਚਾਹਾਂਗਾ, ਕਈ ਵਾਰ ਤਾਂ ਪੇਸ਼ੈਂਟ ਦੀ ਹਾਲਤ ਮੇਰੇ ਵਰਗੀ ਹੁੰਦੀ ਹੈ ਕਿ ਬਿਲਕੁਲ ਸਿੱਧਾ ਸਾਦਾ ਬੰਦਾ ਹੈ, ਕੋਈ ਪੇਟ ਨਹੀਂ ਨਿਕਲਿਆ ਹੋਇਆ, ਕੋਈ ਕੁਝ ਨਹੀਂ ਹੈ, ਤਾਂ ਵੀ ਸ਼ੂਗਰ ਹੋ ਰਹੀ ਹੈ। ਸਟ੍ਰੈਸ ਇੱਕ ਹੋਰ ਕਾਰਨ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਹੀਂ। ਇਹ ਸਭ ਤੋਂ ਵੱਡਾ ਕਾਰਨ ਹੋ ਗਿਆ ਅੱਜ ਕੱਲ੍ਹ, ਕਿਉਂਕਿ ਆਪਾਂ ਅੱਜ ਦੀ ਡੇਟ 'ਚ ਹਰ ਕਿਸੇ ਨਾਲ ਲੜ ਰਹੇ ਹਾਂ। ਪਹਿਲਾਂ ਕਰੋਨਾ ਯੁੱਧ ਆਇਆ, ਕਰੋਨਾ ਕਰਕੇ ਇੰਨੇ ਪੇਸ਼ੈਂਟਸ, ਇੰਨੇ ਬੱਚੇ ਜਿਹੜੇ ਸਕੂਲ ਨਹੀਂ ਜਾ ਪਾਏ, ਉਹਨਾਂ ਨੂੰ ਸਟ੍ਰੈਸ ਰਿਹਾ, ਉਹਦੇ ਕਰਕੇ ਵੀ ਟਾਈਪ 1 ਡਾਇਬੀਟੀਜ਼ ਵਧੀ। ਹੁਣ ਲੋਕਾਂ ਨੂੰ ਵੀ ਜਿਹਨਾਂ ਦੇ ਕੰਮ ਚਲੇ ਗਏ, ਉਹਨਾਂ ਦੇ ਵੀ ਸਟ੍ਰੈਸ ਹੋਇਆ, ਜਿਹਦੇ ਕਰਕੇ ਟਾਈਪ 1 ਟਾਈਪ 2 ਡਾਇਬੀਟੀਜ਼ ਵੱਧ ਰਹੀ ਹੈ। ਹੋਰ ਵੀ ਬੜੇ ਕਾਰਨ ਹੈ। ਸਾਈਨ ਐਂਡ ਸਿੰਪਟਮਸ ਦੀ ਆਪਾਂ ਗੱਲ ਕਰੀਏ, ਸਾਈਨ ਐਂਡ ਸਿੰਪਟਮ 'ਚ ਸਭ ਤੋਂ ਮੇਨ ਸਿੰਪਟਮ ਜਿਹੜਾ ਰਹਿੰਦਾ ਹੈ ਕਿ ਭਾਰ ਘਟਣਾ ਸ਼ੁਰੂ ਹੋ ਜਾਣਾ, ਔਰ ਉਸ ਤੋਂ ਬਾਅਦ ਬਾਰ-ਬਾਰ ਪਿਆਸ ਲੱਗਣੀ, ਬਾਰ-ਬਾਰ ਯੂਰਿਨ ਜਾਣਾ, ਰਾਤ ਨੂੰ ਸਪੈਸ਼ਲੀ ਬਾਰ-ਬਾਰ ਯੂਰਿਨ ਜਾਣਾ। ਇੱਕ ਹੋਰ ਚੀਜ਼ ਤੁਸੀਂ ਦੋਸਤੋ ਕਰਾ ਕੇ ਦੇਖ ਸਕਦੇ ਹੋ, ਡਾਕਟਰ ਤੋਂ ਜਾਣ ਤੋਂ ਪਹਿਲਾਂ ਕਿਸੇ ਨੂੰ ਵੀ ਕਹੋ ਕਿ ਘਾਹ ਦੇ ਵਿੱਚ ਯੂਰਿਨ ਕਰੇ। ਅਗਰ ਘਾਹ ਦੇ ਵਿੱਚ ਯੂਰਿਨ ਕਰਕੇ ਤੁਹਾਡੇ ਉਸ ਯੂਰਿਨ 'ਤੇ ਚੀਟੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਤੁਹਾਨੂੰ ਡੈਫੀਨੇਟਲੀ ਸ਼ੂਗਰ ਹੋਣ ਦੇ ਚਾਂਸਿਸ ਹੈਗੇ ਆ। ਤੇ ਇਹ ਵੀ ਇੱਕ ਸਿੰਪਟਮ ਹੈਗਾ, ਔਰ ਇਹਦੇ ਨਾਲ ਤੁਹਾਡਾ ਮੂੰਹ ਸੁੱਕੀ ਜਾਏਗਾ, ਔਰ ਸਰੀਰ 'ਚ ਵੀਕਨੈਸ ਆਈ ਜਾਏਗੀ। ਹੋਰ ਬੜੇ ਚੀਜ਼ਾਂ ਸਾਈਨ ਐਂਡ ਸਿੰਪਟਮਸ ਰਹਿੰਦੇ ਆ, ਇਹ ਬੇਸਿਕ ਸਿੰਪਟਮਸ ਨੇ। ਸੋ ਸਰ, ਜਿਵੇਂ ਤੁਸੀਂ ਕਿਹਾ ਕਿ ਇਹਦੇ ਸਿੰਪਟਮਸ ਦੀ ਗੱਲ ਹੋ ਗਈ, ਡਾਇਬੀਟੀਜ਼ ਦੀ ਦੋ ਟਾਈਪਸ ਤੁਸੀਂ ਕਹੀਆਂ, ਟਾਈਪ 1 ਤੇ ਟਾਈਪ 2। ਇੱਕ ਟਾਈਪ ਹੁੰਦੀ ਹੈ ਥੋੜੀ ਨਾਰਮਲ, ਇੱਕ ਟਾਈਪ ਹੁੰਦੀ ਹੈ ਥੋੜੀ ਜੀ ਮੈਂ ਸੁਣਿਆ ਜੋ ਡੇਂਜਰਸ ਕੰਸੀਡਰ ਕਰਦੇ, ਇਨਸੂਲਿਨ ਵਾਲੀ। ਥੋੜਾ ਡਿਫਰੈਂਸ਼ੀਏਟ ਕਰੋ ਕਿ ਟਾਈਪ 1 ਤੇ ਟਾਈਪ 2 ਦੇ ਵਿੱਚ ਫਰਕ ਕੀ ਹੈ? ਦੇਖੋ, ਟਾਈਪ 1 ਦੇ ਵਿੱਚ ਜਨਰਲੀ ਬੱਚਿਆਂ ਨੂੰ ਹੁੰਦੀ ਹੈ, ਔਰ ਉਹ ਬੱਚਿਆਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਤੁਸੀਂ ਪੂਰੀ ਮਤਲਬ ਕਿ ਉਹਨਾਂ ਦੇ ਕਿਸੇ ਫੈਮਿਲੀ 'ਚ ਡਾਇਬੀਟੀਜ਼ ਹੁੰਦੀ ਵੀ ਨਹੀਂ, ਕਈ ਵਾਰ ਹੁੰਦੀ ਵੀ ਹੈ। ਮਗਰ ਟਾਈਪ 1 ਡਾਇਬੀਟੀਜ਼ ਦੇ ਵਿੱਚ ਕੀ ਹੈ ਕਿ ਸਾਡੇ ਜਿਹੜੇ ਬੀਟਾ ਸੈਲਸ ਹੈ ਉਹ ਜਿੰਦਾ ਹੀ ਨਹੀਂ ਰਹਿੰਦੇ,
ਉਹ ਮਾੜੀ ਜੀ ਵੀ ਇਨਸੂਲਿਨ ਮੈਨੂਫੈਕਚਰ ਨਹੀਂ ਕਰਦੇ। ਜਿੱਦਾਂ ਹੁਣ ਟਾਈਪ 2 ਵਾਲੇ ਜਿਹੜੇ ਵੀ ਬੰਦੇ ਹੁੰਦੇ ਹੈ ਉਹਨਾਂ ਦਾ ਜਿਹੜਾ ਸ਼ੂਗਰ ਲੈਵਲ ਆਏਗਾ 200 250 300 ਔਰ ਟਾਈਪ 1 ਵਾਲਿਆਂ ਦਾ ਸ਼ੂਗਰ ਲੈਵਲ ਆਇਆ ਸਿੱਧਾ 400। ਇਹ ਸਭ ਤੋਂ ਵੱਡੀ ਮੇਨ ਚੀਜ਼ ਹੈ ਔਰ ਉਹਨਾਂ ਨੂੰ ਗੋਲੀਆਂ ਅਸਰ ਵੀ ਨਹੀਂ ਕਰਨਗੀਆਂ, ਉਹਨਾਂ ਨੂੰ ਸਿੱਧਾ ਇਨਸੂਲਿਨ ਹੀ ਦੇਣਾ ਪਏਗਾ। ਇਹ ਸਭ ਤੋਂ ਮੇਨ ਚੀਜ਼ ਹੈ। ਤੇ ਮੈਂ ਦੱਸਣਾ ਚਾਹਾਂਗਾ ਤੁਹਾਡੇ ਰਾਹੀਂ ਦੋਸਤੋ ਕਿ ਟਾਈਪ 1 ਵੀ ਟ੍ਰੀਟੇਬਲ ਹੈ, ਟਾਈਪ 2 ਵੀ ਟ੍ਰੀਟੇਬਲ ਆਯੁਰਵੇਦ ਦੇ ਰਾਹੀਂ, ਬਟ ਡਿਪੈਂਡ ਕਰਦਾ ਹੈ ਤੁਸੀਂ ਕਿਸ ਟਾਈਮ ਤੇ ਡਾਕਟਰ ਕੋ ਆਉਂਦੇ ਹੋ, ਕਿਸ ਟਾਈਮ ਤੇ ਆਯੁਰਵੈਦਿਕ ਸਪੈਸ਼ਲਿਸਟ ਕੋ ਜਾਂਦੇ ਹੋ। ਮੈਂ ਨਹੀਂ ਕਹਿੰਦਾ ਦੋਸਤੋ ਕਿ ਤੁਸੀਂ ਮੇਰੇ ਕੋਲ ਆਓ, ਮੈਂ ਕਹਿੰਦਾ ਕਿ ਘਰ ਦੇ ਕੋਲ ਕੋਈ ਇਹੋ ਜਿਹਾ ਅਜਿਹਾ ਆਯੁਰਵੈਦਿਕ ਸਪੈਸ਼ਲਿਸਟ ਢੂੰਢੋ ਜਿਹਨੂੰ ਇਸ ਬਾਰੇ ਨੌਲੇਜ ਹੋਵੇ, ਜਿਹਨੂੰ ਆਯੁਰਵੇਦ ਐਲੋਪੈਥੀ ਦੋਨੋਂ ਬਾਰੇ ਨੌਲੇਜ ਹੋਵੇ, ਜਿਹਨੂੰ ਪਤਾ ਹੋਵੇ ਕਿ ਕਿੱਦਾਂ ਟਰੀਟ ਕਰਨਾ ਹੈ, ਕਿਹੜੀ ਬਿਮਾਰੀ ਦੇ ਵਿੱਚ ਕਿਹੜੀ ਜੜੀ ਬੂਟੀ ਕੰਮ ਕਰੇਗੀ। ਔਰ ਇਹ ਚੀਜ਼ ਸਭ ਤੋਂ ਜ਼ਰੂਰੀ ਹੈ ਕਿ ਰਾਈਟ ਟਾਈਮ ਤੇ ਤੁਸੀਂ ਡਾਕਟਰ ਕੋਲ ਆਓ, ਕਿਉਂਕਿ ਤਬ ਕੀ ਕਰੇਗਾ ਜਬ ਚਿੜੀਆ ਚੁੱਗੀ ਖੇਤ। ਇਹ ਬਹੁਤ ਵੱਡੀ ਗੱਲ ਹੈ। ਜਿਹੜੇ ਪੇਸ਼ੈਂਟ ਸਾਡੇ ਕੋਲ ਟਾਈਮ ਸਿਰ ਆਉਂਦੇ ਆ ਅਸੀਂ ਉਹਨਾਂ ਦੀ ਡਾਇਬੀਟੀਜ਼ ਰਿਵਰਸ ਵੀ ਕਰਦੇ ਹਾਂ ਦੋਸਤੋ। ਰਿਵਰਸ ਦਾ ਮਤਲਬ ਕੀ ਹੈ ਇਹ ਵੀ ਤੁਹਾਨੂੰ ਸਮਝਾ ਦੇਣਾ ਹੈ। ਇੱਕ ਦਿਨ ਇਹੋ ਜਿਹਾ ਆਏਗਾ ਜਦੋਂ ਤੁਸੀਂ ਐਲੋਪੈਥਿਕ ਦਵਾਈ ਵੀ ਛੱਡ ਦੋਗੇ, ਆਯੁਰਵੈਦਿਕ ਦਵਾਈ ਵੀ ਛੱਡ ਦੋਗੇ ਤੇ ਤੁਹਾਡੀ ਸ਼ੂਗਰ ਲੈਵਲ ਤਾਂ ਵੀ 100 ਹੀ ਆਣਗੇ। ਤੇ ਤੁਹਾਨੂੰ ਕੀ ਨਹੀਂ ਛੱਡਣਾ ਹੈ, ਉਹ ਲਾਈਫਸਟਾਈਲ, ਗੁੱਡ ਲਾਈਫਸਟਾਈਲ। ਸਵੇਰੇ ਉੱਠਣਾ, ਸੈਰ ਕਰਨੀ, ਰਾਤ ਨੂੰ ਜਲਦੀ ਸੋਣਾ, ਜਲਦੀ ਰੋਟੀ ਖਾਣੀ, ਬਹੁਤ ਸਾਰੀ ਚੀਜ਼ਾਂ ਜਿਹੜੀ ਮੈਂ ਤੁਹਾਨੂੰ ਦੱਸੂਗਾ। ਜਦੋਂ ਤੁਸੀਂ ਟ੍ਰੀਟਮੈਂਟ ਕਰੋਗੇ ਤੁਹਾਨੂੰ ਆਯੁਰਵੇਦ ਦੇ ਵਿੱਚ ਆਉਣਾ ਪੈਣਾ, ਪਹਿਲੇ ਆਪਣੇ ਆਪ ਨੂੰ ਸ਼ਾਮਿਲ ਕਰਨਾ ਪੈਣਾ ਕਿ ਹਾਂ ਮੈਂ ਆਯੁਰਵੈਦਿਕ ਇਲਾਜ ਚਾਹੁੰਦਾ ਹੈ। ਬਹੁਤ ਸਾਰੀ ਚੀਜ਼ਾਂ ਨੇ ਤੁਹਾਨੂੰ ਜਿਹੜੇ 'ਚ ਤੁਸੀਂ ਕਰਨੀਆਂ ਨੇ ਉਸ ਹਿਸਾਬ ਨਾਲ ਜਿਹੜੇ ਕਿ ਤੁਹਾਡੀ ਸ਼ੂਗਰ ਲੈਵਲ ਹੌਲੀ ਹੌਲੀ ਕਰਕੇ ਘਟਦੀ ਜਾਏਗੀ, ਕੰਟਰੋਲ ਹੋ ਜਾਏਗੀ ਔਰ ਫਿਰ ਰਿਵਰਸ ਵੀ ਹੋਏਗੀ। ਸੋ ਜਿਵੇਂ ਸਰ ਨੇ ਕਿਹਾ ਕਿ ਸ਼ੂਗਰ ਰਿਵਰਸ ਵੀ ਹੋ ਸਕਦੀ ਹੈ, ਤੇ ਸਰ ਇੱਕ ਗੱਲ ਹੋਰ ਮੇਰੇ ਮਾਈਂਡ 'ਚ ਆ ਰਹੀ ਹੈ ਕਿ ਜਿਵੇਂ ਰਿਵਰਸ ਤੁਸੀਂ ਗੱਲ ਕੀਤੀ, ਅੱਜ ਕੱਲ੍ਹ ਲੋਕੀ ਪ੍ਰੈਕਟੀਕਲ ਸੋਚ ਰੱਖਦੇ ਹੈ ਤੇ ਐਲੋਪੈਥੀ ਵੱਲ ਜ਼ਿਆਦਾ ਮੂਵ ਕਰਦੇ ਨੇ ਜਾਂ ਕਹਿ ਲਓ ਬਿਲੀਵ ਕਰਦੇ ਨੇ। ਤੁਸੀਂ ਆਯੁਰਵੇਦ ਦੀ ਗੱਲ ਕਰ ਰਹੇ ਹੋ, ਐਲੋਪੈਥੀ ਤੇ ਆਯੁਰਵੇਦਾ ਵਿੱਚ ਇੱਕ ਸਕਸੈਸ ਰੇਸ਼ੋ ਕਿੰਨੀ ਕੁ ਰਹਿ ਸਕਦੀ ਹੈ? ਦੇਖੋ ਮੈਂ ਇਹ ਕਹਿਣਾ ਹੈ ਸਕਸੈਸ ਰੇਸ਼ੋ ਡਿਪੈਂਡ ਕਰਦੀ ਹੈ ਤੁਹਾਡੇ ਤੇ। ਜੇ ਤੁਸੀਂ ਸਾਡੀ ਗੱਲ ਮੰਨੋਗੇ, ਸਾਡੇ ਹਿਸਾਬ ਨਾਲ ਜ਼ਿੰਦਗੀ ਬਤੀਤ ਕਰੋਗੇ, ਜੋ ਮੈਂ ਕਹੂੰਗਾ ਉਨੇ ਵਜੇ ਉੱਠਣਾ, ਉਨੇ ਵਜੇ ਖਾਣਾ, ਇਹ ਖਾਣਾ, ਉਹ ਕਰੋਗੇ ਤਾਂ ਡੈਫੀਨੇਟਲੀ 100% ਸਕਸੈਸ ਰੇਸ਼ੋ ਨਿਕਲ ਸਕਦੀ ਹੈ। ਮਗਰ ਕੀ ਹੈ, ਆਪਾਂ ਕੁਝ ਆਦਤਾਂ ਇਹੋ ਜਿਹੀਆਂ ਪਾਈਆਂ ਹੋਈਆਂ ਜਿਹੜੀਆਂ ਕਿ ਚੇਂਜ ਨਹੀਂ ਹੁੰਦੀਆਂ। ਉਹ ਚੇਂਜ ਕਰੋਗੇ ਤਾਂ ਬਿਲਕੁਲ ਠੀਕ ਹੋ ਜਾਓਗੇ ਦੋਸਤੋ। ਤੇ ਨਾਲ ਦੇ ਨਾਲ ਇਹ ਵੀ ਸਮਝਣ ਦੀ ਲੋੜ ਹੈ ਕਿ ਜਿਹੜੇ ਕੈਮੀਕਲ ਦੇ ਜੰਜਾਲ 'ਚ ਤੁਸੀਂ ਫਸੇ ਜਾ ਰਹੇ ਹੋ ਨਾ, ਉਹ ਕੈਮੀਕਲ ਦਾ ਜੰਜਾਲ ਤੁਹਾਨੂੰ ਕਿਡਨੀਆਂ ਵੀ ਖਰਾਬ ਕਰੇਗਾ ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਬੀਟਾ ਸੈੱਲ ਨੂੰ ਹੋਰ ਵੀ ਖਰਾਬ ਕਰੇਗਾ। ਇਸ ਮਾਧਿਅਮ ਤੋਂ ਤੁਹਾਨੂੰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਦੋਸਤੋ। ਸ਼ੁਰੂਆਤ 'ਚ ਡਾਕਟਰ ਪਹਿਲੇ ਸਾਲ ਇੱਕ ਗੋਲੀ ਲਾਉਂਦਾ ਹੈ, ਫਿਰ 2-4 ਸਾਲ ਬਾਅਦ 2 ਗੋਲੀਆਂ ਹੋ ਜਾਂਦੀਆਂ, ਫਿਰ 3, ਫਿਰ 4, ਫਿਰ ਕਹਿੰਦਾ ਜੀ ਇਨਸੂਲਿਨ। ਜਿਨ੍ਹਾਂ ਨੇ ਡਾਇਬੀਟੀਜ਼ 30 ਸਾਲ ਤੋਂ ਹੋਈ ਹੈ ਉਹ ਇਹ ਗੱਲ ਨੂੰ ਸੱਚਾ ਮੰਨਣਗੇ ਔਰ ਇਹ ਦੱਸਣਗੇ ਜਿਹੜੇ ਕਿ ਹੁਣ ਇਨਸੂਲਿਨ ਤੇ ਵੀ ਹੈਗੇ ਆ ਕਿ ਪਹਿਲਾਂ ਅਗਰ ਆਪਾਂ ਸਹੀ ਢੰਗ ਨਾਲ, ਸਹੀ ਤਰੀਕੇ ਨਾਲ ਇਹਨੂੰ ਮੈਨੇਜ ਕੀਤਾ ਹੁੰਦਾ, ਟਰੀਟ ਕਰਾਇਆ ਹੁੰਦਾ ਤੇ ਅੱਜ ਉਹ ਇਨਸੂਲਿਨ ਲਗਾਉਣ ਵਾਲੀ ਸਥਿਤੀ ਤੇ ਨਹੀਂ ਪਹੁੰਚਦੇ। ਤਾਂ ਮੈਂ ਇਹੀ ਕਹਿਣਾ ਚਾਹਾਂਗਾ ਜਿਹੜੀ ਐਲੋਪੈਥਿਕ ਦਵਾਈਆਂ ਨਾ ਆਪਣੇ ਬੀਟਾ ਸੈੱਲ ਤੇ ਐਕਟ ਕਰਦੀਆਂ, ਉਹ ਕੁਝ ਇਹੋ ਜਿਹੀਆਂ ਦਵਾਈਆਂ ਜਿਹੜੀ ਬੀਟਾ ਸੈੱਲ ਨੂੰ ਓਵਰਵਰਕ ਕਰਾਉਂਦੀਆਂ, ਉਹਨਾਂ ਤੇ ਲੋਡ ਪਾਉਂਦੀ ਹੈ ਕੰਮ ਦਾ, ਜਿਹਦੇ ਕਰਕੇ ਉਹ ਹੌਲੀ ਹੌਲੀ ਕਰਕੇ ਹੋਰ ਡਿਟੀਓਰੇਟ ਹੁੰਦੇ ਰਹਿੰਦੇ, ਦਵਾਈਆਂ ਵੱਧਦੀਆਂ ਰਹਿੰਦੀਆਂ, ਕੰਪਲਿਕੇਸ਼ਨਸ ਵੱਧਦੀਆਂ ਰਹਿੰਦੀਆਂ। ਸ਼ੂਗਰ ਜਿਹੜਾ ਹੈ ਨਾ ਤੇਜ਼ਾਬ ਵਰਗਾ ਹੈ ਮੇਰੇ ਦੋਸਤੋ। ਜਿਹੜੇ ਵੀ ਅੰਗ ਤੇ ਪਿਆ ਉਹ ਅੰਗ ਖਰਾਬ। ਹਾਰਟ ਤੇ ਪਿਆ ਹਾਰਟ ਵਾਲੀ ਪ੍ਰੋਬਲਮ ਹੋ ਜਾਂਦੀ ਹੈ, ਕਿਡਨੀ ਤੇ ਪਿਆ ਕਿਡਨੀ ਵਾਲੀ ਪ੍ਰੋਬਲਮ ਹੋ ਜਾਂਦੀ ਹੈ, ਅੰਗਾਂ ਤੇ ਪਿਆ, ਸਨਾਯੂ ਤੇ ਪਿਆ ਹੱਥ ਪੈਰ ਸੌਣ ਲੱਗ ਜਾਣਗੇ। ਡਾਇਬੀਟਿਕ ਫੁੱਟ ਜਿਹੜਾ ਹੈ ਉਹ ਇਹ ਕਰਕੇ ਤਾਂ ਹੋ ਰਿਹਾ ਹੈ। ਤੇ ਅਗਰ ਆਸਟੀਓਪੈਥੀ ਹੁੰਦੀ ਹੈ ਜਿੰਦਾ ਆਪ ਤੁਹਾਡੀ ਹੱਡੀਆਂ ਤੇ ਪੈਣਾ ਸ਼ੁਰੂ ਹੋ ਗਿਆ, ਉਦੋਂ ਡਾਇਬੀਟਿਕ ਆਸਟੀਓਪੈਥੀ ਹੋ ਜਾਂਦੀ ਹੈ। ਹੱਡੀਆਂ ਦਰਦ, ਗੋਡੇ ਦਰਦ ਕਰਨ ਲੱਗ ਜਾਣਗੇ, ਪਿੱਠ ਦਰਦ ਕਰਨ ਲੱਗ ਜਾਣਗੇ। ਇਹੋ ਜਿਹੇ ਬੜੇ ਮਰੀਜ਼ ਆ ਰਹੇ ਹੈ। ਇਹ ਤੁਹਾਨੂੰ ਸਮਝਣਾ ਪਏਗਾ, ਟਾਈਮ ਰਹਿੰਦੇ ਹੋਏ ਸਹੀ ਇਲਾਜ ਸਹੀ ਪਰਸਨ ਤੋਂ ਸਹੀ ਜਗ੍ਹਾ ਤੋਂ ਕਰਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੋਸਤੋ। ਸੋ ਜਿਵੇਂ ਕਿ ਸਰ ਨੇ ਕਿਹਾ ਕਿ ਡਾਇਬੀਟੀਜ਼ ਰਿਵਰਸਿਬਲ ਵੀ ਹੈ। ਸਰ ਰਿਵਰਸਿਬਲ ਤੋਂ ਗੱਲ ਕਰੀਏ ਤੇ ਜਿਵੇਂ ਤੁਸੀਂ ਕਿਹਾ ਕਿ ਕਈ ਪੇਸ਼ੈਂਟਸ ਨੂੰ 30 ਸਾਲ ਹੋ ਚੁੱਕੇ ਨੇ ਤੇ ਜੋ ਆਲਰੇਡੀ ਇੰਨੇ ਸਾਲ ਐਲੋਪੈਥੀ ਤੇ ਰਹਿ ਚੁੱਕੇ ਨੇ, ਉਹਨਾਂ ਦੇ ਸਰੀਰਾਂ ਤੇ ਇਹ ਆਯੁਰਵੇਦਾ ਅਸਰ ਕਰੇਗਾ? ਬਿਲਕੁਲ ਕਰੇਗਾ ਜੀ ਦੋਸਤੋ। ਇਸ ਚੈਨਲ ਦੇ ਮਾਧਿਅਮ ਤੇ ਮੈਂ ਦੋਸਤੋ ਤੁਹਾਨੂੰ ਜਿਹੜੇ ਮੇਰੇ ਦੋਸਤ ਯਾਰ ਮਿੱਤਰ ਮਾਤਾ ਭੈਣਾਂ ਜਿਹੜੇ ਕਿ 30 ਸਾਲ ਤੋਂ ਗ੍ਰਸਤ ਨੇ, ਮੈਂ ਸਿਰਫ 2 ਜੜੀ ਬੂਟੀਆਂ ਦੱਸਾਂਗਾ। ਉਹ ਜੜੀ ਬੂਟੀਆਂ ਨੂੰ ਪੀਸ ਕੇ ਸਵੇਰੇ ਸ਼ਾਮ ਚੂਰਨ ਲੈਣਾ ਸ਼ੁਰੂ ਕਰੋ। ਤੇ ਸਾਡੀ ਫੀਸ ਕੀ ਹੈ? ਇੱਕ ਫੋਨ ਕਾਲ। ਸਾਨੂੰ ਇੱਕ ਫੋਨ ਕਰਕੇ ਜ਼ਰੂਰ ਦੱਸਿਓ ਮਹੀਨੇ ਬਾਅਦ ਕਿ ਸ਼ੂਗਰ ਲੈਵਲ ਘਟੇ ਕਿ ਨਹੀਂ ਘਟੇ, ਕੰਪਲਿਕੇਸ਼ਨਸ ਘਟੀਆਂ ਕਿ ਨਹੀਂ ਘਟੀਆਂ, ਹਾਰਟ ਦੀ ਪ੍ਰੋਬਲਮ ਵੀ ਘਟੇਗੀ, ਨਾਲ ਨਾਲ ਕੋਲੇਸਟ੍ਰੋਲ ਘਟੇਗਾ, ਹੋਰ ਚੀਜ਼ਾਂ ਨੂੰ ਵੀ ਫਰਕ ਪਏਗਾ।
ਜਦ ਤੱਕ ਆਪਾਂ ਆਯੁਰਵੇਦ ਨੂੰ ਚੰਗੀ ਤਰ੍ਹਾਂ ਸਮਝਾਂਗੇ ਨਹੀਂ, ਤਰੀਕੇ ਨਾਲ ਫੋਲੋ ਨਹੀਂ ਕਰਾਂਗੇ, ਤਦ ਤੱਕ ਕੁਝ ਨਹੀਂ ਹੋਣ ਲੱਗਾ। ਬਟ ਦੇਸੀ ਜੜੀ ਬੂਟੀਆਂ ਕੰਮ ਬਹੁਤ ਕਰਦੀਆਂ ਦੋਸਤੋ, ਜੇ ਤੁਸੀਂ ਯਕੀਨ ਕਰੋ ਤਾਂ। ਸਭ ਤੋਂ ਵੱਡੀ ਗੱਲ ਹੈ ਕਿ ਆਪਣੇ 'ਚ ਟਰਸਟ ਦੀ ਕਮੀ ਹੈ ਕਿ ਆਹ ਜੜੀ ਬੂਟੀਆਂ ਕੀ ਕੰਮ ਕਰਨਗੀਆਂ। ਐਡੇ ਵੱਡੇ ਹਸਪਤਾਲ ਨਹੀਂ ਮੈਨੂੰ ਠੀਕ ਕਰ ਪਾਏ, ਛੋਟੇ ਜਿਹੇ ਆਯੁਰਵੈਦਿਕ ਡਾਕਟਰ ਕਿੱਦਾਂ ਠੀਕ ਕਰਨਗੇ। ਯਕੀਨ ਮੰਨੋ, ਮੈਂ ਆਪਣੇ ਲਾਈਫ ਸਟਾਈਲ ਦੇ ਵਿੱਚ, ਆਪਣੇ ਲਾਈਫ ਦੇ ਵਿੱਚ 18 ਸਾਲ ਹੋ ਗਏ, ਹਜ਼ਾਰਾਂ ਮਰੀਜ਼ ਠੀਕ ਕਰ ਚੁੱਕਾ ਸ਼ੂਗਰ ਦੇ। ਬਟ ਉਹੀ ਮਰੀਜ਼ ਠੀਕ ਹੁੰਦਾ ਜਿਹੜਾ ਕਿ ਟਰਸਟ ਕਰਦਾ ਹੈ, ਜਿਹੜਾ ਕਿ ਯਕੀਨ ਕਰਦਾ ਹੈ। ਸੋ ਜਿਵੇਂ ਕਿ ਸਰ ਨੇ ਕਿਹਾ ਕਿ ਡਾਇਬੀਟੀਜ਼ ਜਿਹੜੀ ਹੈ ਉਹ ਬਿਲੀਫ ਨਾਲ ਠੀਕ ਹੋਏਗੀ, ਆਯੁਰਵੈਦਿਕ ਦਵਾਈਆਂ ਦੇ ਸਿਰ ਤੇ ਵੀ। ਜੇ ਅਸੀਂ ਆਪਣੇ ਆਪ 'ਚ ਵਿਲ ਪਾਵਰ ਨਹੀਂ ਰੱਖਾਂਗੇ, ਬਿਲੀਫ ਨਹੀਂ ਕਰਾਂਗੇ, ਤੇ ਦਵਾਈਆਂ ਵੀ ਕੁਝ ਨਹੀਂ ਕਰ ਸਕਦੀਆਂ। ਸੋ ਸਰ, ਇੱਕ ਲਾਸਟ ਮੈਸੇਜ ਕੀ ਕਨਵੇ ਕਰਨਾ ਚਾਹੋਗੇ ਅੱਜ ਦੀ ਜਨਰੇਸ਼ਨ ਨੂੰ, ਅੱਜ ਦੇ ਯੂਥ ਨੂੰ, ਜਾਂ ਉਹ ਲੋਕ ਜੋ ਗ੍ਰਸਤ ਨੇ ਜਾਂ ਉਹ ਆਪਣਾ ਜੋ ਬਚਾਅ ਕਰ ਸਕਦੇ ਨੇ ਉਹਨਾਂ ਲਈ? ਦੋਸਤੋ, ਮੈਂ ਇੱਕੋ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਆਪਣਾ ਆਯੁਰਵੇਦ ਸਨਾਤਨ ਹੈ ਤੇ 5000 ਸਾਲ ਪੁਰਾਣੀ ਸਾਇੰਸ ਹੈ, ਜਿਹੜੀ ਕਿ ਹੁਣ ਪ੍ਰੂਵ ਹੋ ਰਹੀ ਹੈ। ਤੇ ਅਮਰੀਕਾ, ਕੈਨੇਡਾ, ਸਾਰੇ ਵਿਸ਼ਵ ਭਰ ਦੇ ਵਿੱਚ ਆਪਣੀਆਂ ਹੀ ਜੜੀ ਬੂਟੀਆਂ ਜਾ ਰਹੀਆਂ ਤੇ ਉਹ ਲੋਕੀ ਠੀਕ ਹੋ ਸਕਦੇ ਆ, ਤੇ ਤੁਸੀਂ ਕਿਉਂ ਨਹੀਂ ਹੋ ਸਕਦੇ? ਬਸ ਇੱਕੋ ਚੀਜ਼ ਕਿ ਆਪਣਾ ਲਾਈਫ ਸਟਾਈਲ ਨਾਲ ਠੀਕ ਰੱਖੋ। ਸਵੇਰੇ ਜਲਦੀ ਉਠੋ। ਮਾਪਿਓ ਦੇ ਕਹਿਣ ਤੇ ਅੱਜ ਕੱਲ੍ਹ ਕੀ ਹੈ, ਬੱਚੇ ਰਾਤ ਪੜ੍ਹਦੇ ਨੇ, ਸਵੇਰੇ ਉੱਠਦੇ ਨੇ ਲੇਟ, ਤੇ ਕੀ ਹੋਊਗਾ ਉਹਦੇ ਨਾਲ? ਦੋਸ਼ਾਂ ਦੀ ਸਥਿਤੀ ਜਿਹੜੀ ਹੈ ਖਰਾਬ ਹੁੰਦੀ ਹੈ, ਜਿਹਦੇ ਕਰਕੇ ਡਾਇਬੀਟੀਜ਼ ਸੈਟਸ ਇਨ। ਤਾਂ ਆਪਾਂ ਨੂੰ ਇਹ ਧਿਆਨ ਰੱਖਣਾ ਹੈ ਕਿ ਆਪਣਾ ਲਾਈਫ ਸਟਾਈਲ ਸੁਧਾਰੀਏ। ਲਾਈਫ ਸਟਾਈਲ ਦੇ ਵਿੱਚ ਥੋੜੀ ਜਿਹੀ ਵਰਜਿਸ਼, ਹਰ ਚੀਜ਼ ਨੂੰ ਬੈਲੈਂਸ ਕਰਕੇ ਚੱਲਣਾ ਹੈ। ਸਟ੍ਰੈਸ ਨੂੰ ਵੀ ਬੈਲੈਂਸ ਕਰਨਾ ਹੈ। ਸਟ੍ਰੈਸ ਵਾਸਤੇ ਪ੍ਰਾਣਾਯਾਮ ਕਰੋ, ਯੋਗਾ ਕਰੋ, ਕੁਛ ਨਾ ਕੁਛ ਇਹੋ ਜਿਹੀ ਐਕਟੀਵਿਟੀ ਅਗਰ ਤੁਸੀਂ ਆਪਣੇ ਸਰੀਰ ਨੂੰ ਅੱਧਾ ਘੰਟਾ ਵੀ ਮੈਂ ਕਹਿੰਦਾ ਉਹ ਦੇ ਦੋਗੇ ਨਾ, ਤਾਂ ਤੁਹਾਡਾ ਸਰੀਰ ਸਾਰੀ ਜ਼ਿੰਦਗੀ ਵਾਸਤੇ ਵਧੀਆ ਚੱਲੇਗਾ ਤੇ ਬਿਮਾਰੀਆਂ ਤੋਂ ਦੂਰ रहेंगे ਆਪਾਂ। ਸੋ ਡਾਕਟਰ ਸਾਹਿਬ, ਇੱਕ ਚੀਜ਼ ਤੁਹਾਡੇ ਕੋਲ ਜਾਨਣਾ ਚਾਹਾਂਗੇ, ਜਿਵੇਂ ਅੱਜ ਕੱਲ੍ਹ ਕੁਝ ਲੋਕ ਆਲਰੇਡੀ ਗ੍ਰਸਤ ਨੇ ਸ਼ੂਗਰ ਤੋਂ, 33 ਸਾਲ ਹੋ ਚੁੱਕੇ ਨੇ, ਪਰ ਜਿਹੜੇ ਇਹੋ ਜਿਹੇ ਵੀ ਨੇ ਜੋ ਆਪਣਾ ਬਚਾਅ ਕਰ ਸਕਦੇ ਨੇ ਤੇ ਪਲੱਸ ਅਜੇ ਕੰਟੀਨਿਊਇੰਗ ਚੱਲ ਰਹੇ ਨੇ, ਇਹਨਾਂ ਲਈ ਕੋਈ ਖਾਸ ਨੁਸਖਾ ਤੁਹਾਡੇ ਕੋਲ ਹੋਏ ਤਾਂ ਦੱਸੋ। ਦੇਖੋ, ਆਪਣੇ ਕੋਲ ਇੱਕ ਪੂਰਾ ਟ੍ਰੀਟਮੈਂਟ ਪ੍ਰੋਟੋਕੋਲ ਹੈ, ਜਿਹਨੂੰ ਆਪਾਂ ਸਮਝੀਏ ਤਾਂ ਬਹੁਤ ਵਧੀਆ ਰਹੇਗਾ। ਸਭ ਤੋਂ ਪਹਿਲਾਂ ਤਾਂ ਦੋਸਤੋ ਇੱਕ ਅਜਿਹਾ ਨੁਸਖਾ ਦੱਸਾਂਗਾ ਜਿਹੜਾ ਕਿ ਜਿਨ੍ਹਾਂ ਨੂੰ ਹੁਣੀ ਡਾਇਬੀਟੀਜ਼ ਹੋਈ ਹੈ, ਜਿਨ੍ਹਾਂ ਨੂੰ ਅੱਜ ਪਤਾ ਚੱਲਿਆ ਉਹਨਾਂ ਦਾ HbA1c 8 ਤੱਕ ਆਇਆ ਹੈ, ਡਾਕਟਰ ਸਾਹਿਬ ਕਹਿ ਰਹੇ ਹੈ ਕਿ ਤੁਸੀਂ ਜੀ ਧਿਆਨ ਰੱਖੋ, ਆਹ ਦਵਾਈ ਲੈ ਲਓ ਤੇ ਤੁਸੀਂ ਠੀਕ ਹੋ ਜਾਓਗੇ। ਉਹ ਅਗਰ ਅੱਜ ਇਹ ਨੁਸਖਾ ਲੈਣਾ ਸ਼ੁਰੂ ਕਰ ਦਿੰਦੇ ਆ ਤੇ ਮਹੀਨੇ ਦੇ ਵਿੱਚ ਉਹਨਾਂ ਦੀ ਸ਼ੂਗਰ ਲੈਵਲ ਕੰਟਰੋਲ ਰਹਿਣੇ ਸ਼ੁਰੂ ਹੋ ਜਾਣਗੇ। ਬੜੀ ਸਿੰਪਲ ਚੀਜ਼ਾਂ ਦੋਸਤੋ। ਕੀ ਕਰਨਾ ਹੈ? ਆਮਲਾ, ਗਿਲੋਏ ਤੇ ਹਲਦੀ, ਸਾਰੀ ਕਿਚਨ ਹਰਬਸ ਹੈ ਦੋਸਤੋ। ਇਹਦਾ ਸਾਰਿਆਂ ਦਾ 100 ਗ੍ਰਾਮ ਲੈ ਕੇ ਇਕੱਠਾ ਕਰ ਲੈਣਾ। 1 ਚਮਚ ਸਵੇਰੇ, 1 ਚਮਚ ਸ਼ਾਮ ਨੂੰ, ਖਾਲੀ ਪੇਟ ਫੱਕੀ ਮਾਰਨੀ ਹੈ ਗਰਮ ਪਾਣੀ ਦੇ ਨਾਲ। ਤੇ ਸਾਨੂੰ ਦੱਸਣਾ ਹੈ ਸਾਡੀ ਕੀ ਫੀਸ ਹੈ, ਸਿਰਫ ਇੱਕ ਫੋਨ ਕਾਲ ਕਿ ਡਾਕਟਰ ਸਾਹਿਬ ਮੇਰੀ ਸ਼ੂਗਰ ਇੰਨੀ ਘਟ ਗਈ। ਤੇ ਹੁਣ ਤੁਸੀਂ ਕੁਐਸਚਨ ਪੁੱਛਿਆ ਕਿ ਜਿਨ੍ਹਾਂ 30 ਸਾਲ ਹੋ ਗਏ, 30 ਸਾਲ ਵਾਸਤੇ ਦੋਸਤੋ ਆਪਾਂ ਨੂੰ ਕੁਝ ਇਹੋ ਜਿਹੀਆਂ ਜੜੀ ਬੂਟੀਆਂ ਦੇਣੀਆਂ ਪੈਣੀਆਂ ਜਿਹੜੀਆਂ ਬੀਟਾ ਸੈਲਸ ਨੂੰ ਰਿਵਾਈਵ ਕਰਨ, ਬੀਟਾ ਸੈਲਸ ਨੂੰ ਜ਼ਿੰਦਾ ਕਰਨ, ਉਹਨਾਂ ਤੋਂ ਤਰੀਕੇ ਨਾਲ ਕੰਮ ਕਰਾਉਣ। ਇਹ ਨਹੀਂ ਕਿ ਉਹਨਾਂ ਤੇ ਭਾਰ ਪਾ ਕੇ ਕੰਮ ਕਰਾਇਆ ਜਾਵੇ। ਉਹ ਮੈਂ ਦੋਸਤੋ 3 ਜੜੀ ਬੂਟੀਆਂ ਦੱਸਣ ਜਾ ਰਿਹਾ ਤੁਹਾਨੂੰ। ਪਨੀਰ ਡੋਡੀ, ਵਿਜੇ ਸਾਰ ਤੇ ਗੁੜਮਾਰ ਬੁੱਟੀ। ਇਹ ਤਿੰਨਾਂ ਨੂੰ 100 ਗ੍ਰਾਮ ਲੈ ਕੇ ਚੂਰਨ ਕਰ ਲਓ। ਇਹਨੂੰ 1 ਚਮਚ ਰਾਤੀ ਭਿਗੋ, ਸਵੇਰੇ ਉੱਠ ਕੇ ਇਹਨੂੰ ਬਾਲ ਕੇ ਇਹਦਾ ਪਾਣੀ ਪੀ ਲਓ ਖਾਲੀ ਪੇਟ। ਸਵੇਰੇ ਸ਼ਾਮ 2 ਟਾਈਮ ਕਰ ਲਓ ਤੇ ਮਹੀਨੇ ਬਾਅਦ ਦੱਸਣਾ ਜਿਹੜੀ ਤੋਂ ਸ਼ੂਗਰ ਤੁਹਾਡੀ 250 300 ਰਹਿ ਰਹੀ ਸੀ ਉਹ ਹੁਣ ਕਿੱਥੇ ਪਹੁੰਚ ਗਈ। ਪਲੱਸ ਉਸ ਤੋਂ ਬਾਅਦ ਜੇ ਤੁਹਾਨੂੰ ਤਾਂ ਵੀ ਹੋਰ ਚੀਜ਼, ਸਰੀਰਿਕ ਕਮਜ਼ੋਰੀ ਆ ਜਾਂਦੀ ਹੈ, ਸੈਕਸ਼ੂਅਲ ਕਮਜ਼ੋਰੀ ਆ ਜਾਂਦੀ ਹੈ ਤੇ ਹੋਰ ਵੀ ਵੀਕਨੈਸ ਆਉਂਦੀ ਹੈ, ਉਹਦੇ ਵਾਸਤੇ ਦੋਸਤੋ ਇੱਕ ਮੈਡੀਸਿਨ ਦਾ ਨਾਮ ਲਿਖੋ, ਵਸੰਤ ਕੁਸਮਾਕਰ ਰਸ। ਇਹ 1 ਗੋਲੀ ਸ਼ਹਿਦ ਦੇ ਨਾਲ ਲੈ ਸਕਦੇ ਹੋ। ਹੁਣ ਤੁਸੀਂ ਇਹ ਵੀ ਸੋਚੋਗੇ ਸ਼ਹਿਦ ਦੇ ਨਾਲ ਕਿਉਂ? ਸ਼ਹਿਦ ਦੇ ਨਾਲ ਲੈ ਕੇ ਉਹਦਾ ਇਫੈਕਟ ਜਿਹੜਾ ਹੈ ਵੱਧ ਜਾਂਦਾ ਹੈ ਤੇ ਉਹਦੇ ਨਾਲ ਤੁਹਾਨੂੰ ਸਰੀਰਿਕ ਕਮਜ਼ੋਰੀ ਵੀ ਨਹੀਂ ਰਹੂਗੀ ਤੇ ਸ਼ੂਗਰ ਹੋਰ ਕੰਟਰੋਲ ਹੋਊਗੀ। ਇਹਦੇ ਨਾਲ ਚੰਦਰ ਪ੍ਰਭਾ ਵਟੀ, ਆਰੋਗਯ ਵਰਧਨੀ ਵਟੀ, ਇਹ ਚੀਜ਼ਾਂ ਵੀ ਅਸੀਂ ਨਾਲ ਪੇਸ਼ੈਂਟ ਨੂੰ ਦਿੰਦੇ। ਇੱਕ ਪੂਰਾ ਪ੍ਰੋਟੋਕੋਲ ਹੈ ਮੈਡਮ ਸਾਡੇ ਕੋਲ। ਅਗਰ ਕੋਈ ਮਰੀਜ਼ ਸਾਡੇ ਕੋਲ ਆਂਦਾ ਜਿਹਦੇ ਕਿ ਅਨਕੰਟਰੋਲਡ ਡਾਇਬੀਟੀਜ਼ ਹੈ, ਉਹ ਅਨਕੰਟਰੋਲਡ ਡਾਇਬੀਟੀਜ਼ ਨੂੰ ਆਪਾਂ ਕੰਟਰੋਲ ਕਰ ਲੈਂਦੇ ਹਾਂ ਵਿਦ ਦ ਹੈਲਪ ਆਫ ਆਯੁਰਵੈਦਿਕ ਮੈਡੀਸਿਨ, ਔਰ ਧੀਰੇ ਕਰਕੇ ਐਲੋਪੈਥਿਕ ਦਵਾਈ ਹੌਲੀ ਕਰਕੇ ਘਟਾਉਂਦੇ ਹਾਂ, ਜਿਹਦੇ ਨਾਲ ਟੋਟਲ ਹੈਲਥ ਦੀ ਅਚੀਵਮੈਂਟ ਹੁੰਦੀ ਹੈ। ਤੇ ਮੇਰੇ ਖਿਆਲ ਨਾਲ ਇਹ ਦੋਸਤੋ ਜਿਹੜਾ ਜੰਜਾਲ ਹੈ, ਕਿਉਂਕਿ ਐਲੋਪੈਥਿਕ ਦਵਾਈਆਂ ਤੁਹਾਨੂੰ ਪਤਾ ਹੀ ਹੈ
ਕਿ ਉਹਨਾਂ ਦੇ ਸਾਈਡ ਇਫੈਕਟਸ ਕਿੰਨੇ ਜ਼ਿਆਦਾ ਹੈ। ਆਪਾਂ ਉਹਦੇ ਚੋਂ ਬਾਹਰ ਨਿਕਲਣ ਦਾ ਸੋਚਣਾ ਹੈ, ਇਹ ਨਹੀਂ ਕਿ ਸਾਰੀ ਉਮਰ ਆਪਾਂ ਐਲੋਪੈਥਿਕ ਦਵਾਈਆਂ ਖਾਣੀਆਂ। ਨਾ ਜੀ ਨਾ, ਆਪਾਂ ਥੋੜੇ ਮਹੀਨੇ ਆਯੁਰਵੈਦਿਕ ਇਲਾਜ ਕਰਨਾ ਹੈ, ਸਾਲ 6 ਮਹੀਨੇ ਬਸ। ਉਸ ਤੋਂ ਬਾਅਦ ਤੁਹਾਡੀ ਸ਼ੂਗਰ ਰਿਵਰਸ ਕਰਕੇ ਦਿਖਾਊਂਗਾ ਜੀ ਮੈਂ। ਸੋ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨੀ ਅੱਛੀ ਇਨਫੋਰਮੇਸ਼ਨ ਦੇਣ ਦੇ ਲਈ। ਥੈਂਕਸ ਜੀ। ਸੋ ਇਹ ਸੀਗੀ ਸਾਡੇ ਨਾਲ ਡਾਕਟਰ ਸ਼੍ਰੀਧਰ ਅਗਰਵਾਲ ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਡਾਇਬੀਟੀਜ਼ ਬਾਰੇ। ਸੋ ਦੋਸਤੋ ਆਪ ਪੁੱਛਦੇ ਹਾਂ ਜੋ ਇੱਥੇ ਪੇਸ਼ੈਂਟ ਮੌਜੂਦ ਨੇ ਇਸ ਵੇਲੇ ਮੌਜੂਦ ਇਹਨਾਂ ਨੂੰ ਪੁੱਛਦੇ ਹਾਂ ਵੀ ਇਹਨਾਂ ਨੂੰ ਪਹਿਲਾਂ ਕੀ ਪ੍ਰੋਬਲਮ ਸੀ ਤੇ ਡਾਕਟਰ ਸਾਹਿਬ ਕੋਲ ਆਉਣ ਤੋਂ ਬਾਅਦ ਉਹਨਾਂ ਦੇ ਵਿੱਚ ਕੀ ਬਦਲਾਅ ਆਏ ਨੇ। ਸੋ ਮੈਡਮ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੱਸੋ ਕਿ ਪਹਿਲਾਂ ਇਹਨਾਂ ਦੀ ਕੀ ਪ੍ਰੋਬਲਮ ਸੀ, ਕੀ ਤਕਲੀਫ ਸੀ ਸਰ ਕੋ ਆਉਣ ਤੋਂ ਪਹਿਲਾਂ? ਇਹਨਾਂ ਨੂੰ 2 ਸਾਲ ਪਹਿਲੇ ਫੈਬਰੂਰੀ 2020 ਚ ਸਟ੍ਰੋਕ ਆਇਆ ਸੀਗਾ, ਜਿਹਦੇ ਨਾਲ ਇਹਨਾਂ ਦਾ ਰਾਈਟ ਹੈਂਡ ਸਾਈਡ ਪੈਰਾਲਾਈਜ਼ ਹੋ ਗਿਆ ਤੇ ਸਪੀਚ ਚਲੀ ਗਈ। ਅਸੀਂ ਤਾਂ ਬਾਹਰ ਸੀਗੇ ਅਮਰੀਕਾ 'ਚ। ਹੁਣ ਅਸੀਂ ਇੱਥੇ ਆਏ ਹਾਂ 5 ਦਿਨ ਤੋਂ ਇੱਥੇ ਆ ਰਹੇ ਹਾਂ ਤੇ ਬਾਹਰ ਕੁਝ ਥੈਰੇਪੀਜ਼ ਕਰਾ ਕੇ ਕੁਝ ਫਰਕ ਨਹੀਂ ਪਿਆ। ਇਹਨਾਂ ਦੀ ਬਾਂਹ ਜਿਹੜੀ ਹੈਗੀ ਹੈ ਰਾਈਟ ਹੈਂਡ ਸਾਈਡ ਉਹ ਅੱਧੀ ਉੱਠਦੀ ਸੀਗੀ ਤੇ ਉੱਥੇ ਉਹਨਾਂ ਨੇ ਕਹਿਤਾ ਸੀ ਇਸ ਤੋਂ ਜ਼ਿਆਦਾ ਨਹੀਂ ਇੰਪਰੂਵਮੈਂਟ ਹੋਣੀ। ਹੁਣ ਅਸੀਂ ਇੱਥੇ 5 ਦਿਨ ਤੋਂ ਕਰਾ ਰਹੇ ਹਾਂ ਤੇ ਆਪਣੀ ਬਾਂਹ ਹੁਣ ਚੱਕ ਪਾ ਰਹੇ ਨੇ ਉੱਤੇ ਤੱਕ। ਠੀਕ ਹੈ। ਹਾਂਜੀ। ਤੇ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਅਮਰੀਕਾ 'ਚ ਪ੍ਰੋਬਲਮਸ ਰਹੀਆਂ ਤੇ ਉੱਤੋਂ ਤੇ ਉੱਥੇ ਫਰਕ ਕੀ ਲੱਗਿਆ ਤੁਹਾਨੂੰ ਥੈਰੇਪੀਜ਼ ਦੇ ਵਿੱਚ? ਬਾਂਹ ਚੱਕ ਪਾ ਰਹੇ ਨੇ, ਚੱਲਣ 'ਚ ਵੀ ਫਰਕ ਹੈਗਾ ਤੇ ਮਤਲਬ ਓਵਰਆਲ ਜੇ ਮੈਂ ਦੇਖਾਂ ਇਹਨਾਂ ਨੂੰ ਹੈਡ ਟੂ ਟੋ ਕਾਫੀ ਮਤਲਬ ਫਰੈਸ਼ ਲੱਗਦੇ ਨੇ ਦੇਖਣ ਨੂੰ ਤੇ ਐਨਰਜੀ ਵੀ ਜ਼ਿਆਦਾ ਹੈ। ਤੇ ਜੇ ਹੁਣ ਕਿਹਾ ਜੇ ਬਾਂਹ ਚੱਕ ਕੇ ਦਿਖਾ ਸਕਦੇ ਨੇ ਜਿਵੇਂ ਪਹਿਲੇ ਕਿਹੜੀ ਵਾਲੀ ਬਾਂਹ ਸੀ ਤੇ ਹੁਣ ਕੀ ਇੰਪਰੂਵਮੈਂਟ ਆਈ ਹੈ? ਰਾਈਟ ਹੈਂਡ ਸਾਈਡ ਹੈ ਬਾਂਹ, ਪਹਿਲੇ ਇੱਥੇ ਤੱਕ ਚੱਕ ਪਾਉਂਦੇ ਸੀਗੇ, ਹੁਣ ਆਪਣੇ ਆਪ ਇੱਥੇ ਤੱਕ ਸਿੱਧੀ ਨਹੀਂ ਕਰ ਪਾਉਂਦੇ ਪਰ ਚੱਕ ਲੈਂਦੇ ਨੇ। ਕਰਕੇ ਦਿਖਾ ਦਿਓ, ਹੋਰ ਉੱਪਰ ਲੈ ਜਾਓ। ठीक पेन दिखाओ, पूरी सीधी ऊपर को पहुंचो का ऊपर। ਪਹਿਲੇ ਇੱਥੇ ਤੱਕ ਹੁੰਦੀ ਸੀਗੀ ਸੋ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਉਹਨਾਂ ਨੇ ਕਿਹਾ ਹੋਇਆ ਕਿ ਪੇਸ਼ੈਂਟ ਨੂੰ ਸਟ੍ਰੋਕ ਆਇਆ ਸੀ, ਉਸ ਤੋਂ ਬਾਅਦ ਬੋਡੀ ਦੀ ਮੂਵਮੈਂਟ ਜਿਹੜੀ ਹੈ ਪੈਰਾਲਿਸਿਸ ਅਟੈਕ ਕਰਕੇ ਕਹਿ ਲਓ ਬਾਉਂਡ ਹੋ ਗਈ ਸੀ। ਉਸ ਤੋਂ ਬਾਅਦ ਹੁਣ ਫਿਰ ਫਰਕ ਹੈ, ਥੈਰੇਪੀਜ਼ ਕਰਵਾ ਰਹੇ ਨੇ ਡਾਕਟਰ ਸਾਹਿਬ ਤੋਂ, ਜਿਸ ਤੋਂ ਬਾਅਦ ਮੂਵਮੈਂਟ ਆਈ ਬੋਡੀ ਦੇ ਵਿੱਚ ਤੇ ਜਿਹੜੀ ਬੋਡੀ ਦਾ ਇੱਕ ਸਾਈਡ ਕਹਿ ਸਕਦੇ ਹੋ ਜੈਮ ਹੋਈ ਸੀ ਉਹਦੇ ਵਿੱਚ ਮੂਵਮੈਂਟ ਫਿਰ ਸ਼ੁਰੂ ਹੋ ਗਈ ਹੈ। ਥੈਂਕ ਯੂ ਮੈਮ। ਸੋ ਆਓ ਹੁਣ ਗੱਲਬਾਤ ਕਰਦੇ ਹਾਂ ਜੀ ਇੱਕ ਹੋਰ ਪੇਸ਼ੈਂਟ ਦੇ ਨਾਲ ਡਾਕਟਰ ਸਾਹਿਬ ਦੇ ਜੋ ਕਿ ਪਹਿਲਾਂ ਨਾਲੋਂ ਕਾਫੀ ਇੰਪਰੂਵਮੈਂਟ ਫੀਲ ਕਰ ਰਹੇ ਨੇ ਆਪਣੇ ਆਪ 'ਚ। ਤੇ ਜਿਵੇਂ ਕਿ ਡਾਇਬੀਟੀਜ਼ ਦੀ ਗੱਲ ਕਰੀਏ ਅੱਜ ਦੇ ਡੇਟ 'ਚ ਬੜੀ ਕਾਮਨ ਚੀਜ਼ ਹੈ, ਬੜੀ ਕਾਮਨ ਪ੍ਰੋਬਲਮ ਹੈ, ਉਸ ਬਾਰੇ ਗੱਲਬਾਤ ਕਰਦੇ ਹਾਂ। ਬੇਟਾ ਤੁਹਾਡਾ ਨਾਮ ਕੀ ਹੈ? ਆਰੁਸ਼ਤਾਬ ਸਿੰਘ। ਉਮਰ ਕਿੰਨੀ ਹੈ? 10 years old। ਸਕੂਲ ਕਿਹੜਾ? DPS ਡਲਹੌਜੀ ਪਬਲਿਕ ਸਕੂਲ ਦਾ ਬਧਾਨੀ। ਸੋ ਦੇਖੋ ਛੋਟੀ ਜਿਹੀ ਉਮਰ ਹੈ, ਬੱਚਾ ਸਕੂਲ ਜਾਂਦਾ ਜੇ ਤੇ ਇਹਦੇ ਵਿੱਚ ਇਹਨੂੰ ਡਾਇਬੀਟੀਜ਼ ਦੀ ਪ੍ਰੋਬਲਮ ਹੋ ਗਈ ਹੈ। ਆਓ ਜਾਣਦੇ ਹਾਂ ਕਿ ਪਹਿਲਾਂ ਕੀ ਪ੍ਰੋਬਲਮ ਸੀ ਤੇ ਹੁਣ ਕਿੰਨਾ ਕੁ ਫਰਕ ਹੈ ਉਹਨਾਂ ਦੀ ਮਦਰ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਤੁਹਾਡਾ ਨਾਮ ਕੀ ਹੈ? ਅਮਨਦੀਪ ਕੌਰ। ਤੁਹਾਡੇ ਬੱਚੇ ਨੂੰ ਪ੍ਰੋਬਲਮ ਪਹਿਲਾਂ ਕੀ ਸੀ? ਮੈਮ ਇਹਨੂੰ ਸਾਨੂੰ ਤਾਂ ਪਤਾ ਨਹੀਂ ਸੀ, ਇਹਨੂੰ ਬਹੁਤ ਜ਼ਿਆਦਾ ਵੀਕਨੈਸ ਸੀਗੀ। ਫਿਰ ਅਸੀਂ ਇਹਨੂੰ ਅੰਮ੍ਰਿਤਸਰ ਡਾਕਟਰ ਨੂੰ ਦਿਖਾਇਆ ਤਾਂ ਉਹਨਾਂ ਨੇ ਇਹਦੇ ਟੈਸਟ ਕੀਤੇ ਤੇ ਬੋਲਿਆ ਕਿ ਇਹਨੂੰ ਡਾਇਬੀਟੀਜ਼ ਆ। ਤੇ ਉਸ ਤੋਂ ਬਾਅਦ ਉਹਨਾਂ ਤੋਂ ਇਹਨਾਂ ਦਾ ਟ੍ਰੀਟਮੈਂਟ ਚੱਲਿਆ ਸੀਗਾ, ਉਹਨਾਂ ਨੇ ਇਹਨੂੰ ਇਨਸੂਲਿਨ ਲਗਾਉਣੀ ਸ਼ੁਰੂ ਕਰ ਦਿੱਤੀ। ਬਟ ਫਿਰ ਮੇਰੇ ਬੇਟੇ ਦੀ ਸ਼ੂਗਰ ਲੈਵਲ ਘੱਟ ਨਹੀਂ ਹੋਇਆ ਉਹਦੇ ਨਾਲ ਵੀ। ਤੁਹਾਨੂੰ ਟੋਕ ਰਹੀ ਹਾਂ, ਬੱਚੇ ਨੂੰ ਇਹ ਚੀਜ਼ ਪਤਾ ਕਦੋਂ ਲੱਗੀ ਤੁਹਾਨੂੰ ਬਈ ਮਤਲਬ ਕਿੰਨੇ ਕੁ ਮੰਥਸ ਪੁਰਾਣੀ ਗੱਲ ਹੈ ਤੁਹਾਨੂੰ ਪਤਾ ਲੱਗਾ ਕਿ ਇਹਨੂੰ ਸ਼ੂਗਰ ਹੈ? ਮੈਮ ਅੱਜ ਤੋਂ 7 ਮੰਥ ਪਹਿਲਾਂ ਸਾਨੂੰ ਪਤਾ ਲੱਗਾ ਸੀਗਾ। 7 to 8 ਮੰਥ ਹੋ ਹੀ ਚੁੱਕੇ ਨੇ। ਤੇ ਹੁਣ ਸਾਨੂੰ ਫਿਰ ਕਿਸੇ ਨੇ ਡਾਕਟਰ ਸਾਹਿਬ ਦਾ ਪ੍ਰੈਫਰ ਕੀਤਾ, ਡਾਕਟਰ ਅਗਰਵਾਲ ਆਯੁਰਵੈਦਿਕ ਤੋਂ, ਕਿ ਤੁਸੀਂ ਇੱਥੇ ਬੇਟੇ ਨੂੰ ਦਿਖਾਓ। ਤੇ ਅਸੀਂ ਇੱਥੇ ਲੈ ਕੇ ਆਏ। ਮੇਰੇ ਬੇਟੇ 'ਚ ਕਾਫੀ ਫਰਕ ਆ ਤੇ ਇਹਦਾ ਸ਼ੂਗਰ ਲੈਵਲ ਵੀ ਬਹੁਤ ਜ਼ਿਆਦਾ ਘੱਟ ਆ। ਪਹਿਲਾਂ ਤੁਸੀਂ ਇਹ ਆਯੁਰਵੈਦਿਕ ਟ੍ਰੀਟਮੈਂਟ ਤੋਂ ਪਹਿਲਾਂ ਕੋਈ ਟ੍ਰੀਟਮੈਂਟ ਕਰਵਾਇਆ ਸੀ? ਹਾਂਜੀ ਮੈਮ, ਅੰਮ੍ਰਿਤਸਰ ਤੋਂ ਕਰਵਾਇਆ ਸੀਗਾ। ਤੇ ਉੱਥੇ ਕੋਈ ਫਰਕ ਨਹੀਂ ਲੱਗਾ? ਨਹੀਂ ਮੈਮ, ਉਹਨਾਂ ਨੇ ਸਿੱਧਾ ਹੀ ਇਨਸੂਲਿਨ ਬੋਲਤੀ ਕਿ ਇਹਨੂੰ ਇਨਸੂਲਿਨ ਲਗਾਓ ਤਾਂ ਇਹ ਠੀਕ ਰਹੇਗਾ, ਇਹਦਾ ਸ਼ੂਗਰ ਲੈਵਲ ਘਟੇਗਾ। ਬਟ ਅਸੀਂ 6 ਤੋਂ 7 ਡੇਜ਼ ਇਹਨੂੰ ਇਨਸੂਲਿਨ ਦਿੱਤੀ ਹੈ ਬਟ ਇਹਦਾ ਕੋਈ ਸ਼ੂਗਰ ਲੈਵਲ ਘੱਟ ਨਹੀਂ ਹੋਇਆ। ਤੇ ਹੁਣ ਠੀਕ ਫੀਲ ਕਰ ਰਿਹਾ ਬੱਚਾ? ਹਾਂਜੀ ਮੈਮ, ਠੀਕ ਹੈ, ਪਹਿਲਾਂ ਨਾਲੋਂ ਬਹੁਤ ਬੈਟਰ ਹੈ ਮੇਰਾ ਬੇਟਾ। ਤੇ ਅੱਜ ਦੀ ਫਾਸਟਿੰਗ ਸ਼ੂਗਰ ਚੈੱਕ ਕੀਤੀ ਹੈ? ਨੋ ਮੈਮ, ਅੱਜ ਤਾਂ ਨਹੀਂ ਕੀਤੀ ਬਟ ਇਹਦੀ ਮੈਂ ਸ਼ੂਗਰ ਲੈਵਲ ਜਿੱਦਾਂ 87, 88, 90, ਕਦੀ ਜਿਵੇਂ ਬੱਚਾ ਹੈ ਪਰਹੇਜ਼ ਨਹੀਂ ਕਰ ਪਾਉਂਦਾ ਤਾਂ 100 ਤੋਂ ਥੋੜੀ ਉੱਪਰ ਹੋ ਜਾਂਦੀ ਹੈ ਬਟ 200 ਤੋਂ ਇਹਦੀ ਸ਼ੂਗਰ ਲੈਵਲ ਘੱਟ ਹੈ। ਮਤਲਬ ਹੁਣ ਅੱਗੇ ਨਾਲੋਂ ਨਾਰਮਲ ਹੈ, ਕਾਫੀ ਫਰਕ ਹੈ, ਸਟੇਬਲ ਹੈ ਜੀ। ਬੱਚਾ ਆ ਖਾ ਲੈਂਦਾ ਬੱਚਿਆਂ ਦੇ ਨਾਲ ਬਾਹਰ ਜਾ ਕੇ, ਤਾਂ ਛੋਟੀ ਏਜ ਨਹੀਂ ਪਤਾ ਚੱਲਦਾ, ਪਰਹੇਜ਼ ਨਹੀਂ ਹੋ ਪਾਉਂਦਾ ਤਾਂ ਥੋੜਾ ਹੋ ਜਾਂਦਾ। ਬਾਕੀ 87, 88, 85, 90, 100 ਤੱਕ ਇਹਦਾ ਸ਼ੂਗਰ ਲੈਵਲ ਰਹਿੰਦਾ ਹੈ। ਠੀਕ ਹੈ ਜੀ, ਧੰਨਵਾਦ, ਥੈਂਕ ਯੂ ਸੋ ਮਚ।
ਦੋਸਤੋ ਗੱਲ ਕਰੀਏ ਡਾਇਬੀਟੀਜ਼ ਦੀ ਤੇ ਡਾਇਬੀਟੀਜ਼ ਡੇ ਬਾਏ ਡੇ ਵੱਧ ਰਹੀ ਹੈ, ਪਰ ਸਰ ਨੇ ਜਿਵੇਂ ਕਿਹਾ ਕਿ ਐਲੋਪੈਥੀ ਦੇ ਨਾਲ ਨਾਲ ਆਯੁਰਵੇਦਾ ਸਪੈਸ਼ਲਿਸਟ ਹੋਣ ਦੇ ਬਾਵਜੂਦ ਉਹ ਦੱਸ ਰਹੇ ਨੇ ਕਿ ਐਲੋਪੈਥੀ ਨੂੰ ਪਿੱਛੇ ਛੱਡਿਆ ਜਾ ਸਕਦਾ ਹੈ, ਤਾਂ ਤੁਸੀਂ ਵੀ ਇਸ ਚੀਜ਼ ਨੂੰ ਇੱਕ ਵਾਰੀ ਟਰਾਈ ਕਰੋ। ਸਾਡੇ ਇੰਡੀਅਨ origin ਦੇ ਵਿੱਚ ਅਜਿਹੀਆਂ ਜੜੀ ਬੂਟੀਆਂ ਨੇ ਜੋ ਕਿ ਸ਼ੂਗਰ ਤੇ ਕੰਟਰੋਲ ਕਰ ਸਕਦੀਆਂ ਨੇ ਤੇ ਸਾਨੂੰ ਜ਼ਰੂਰ ਆਜ਼ਮਾਉਣਾ ਚਾਹੀਦਾ ਹੈ। ਕਈ ਲੋੜਵੰਦ ਅਜਿਹੇ ਵੀ ਨੇ ਜੋ ਐਲੋਪੈਥੀ ਨੂੰ ਅਫੋਰਡ ਨਹੀਂ ਕਰ ਸਕਦੇ, ਤੇ ਅਗਰ ਸਾਡਾ ਆਯੁਰਵੇਦਾ ਸਾਨੂੰ ਇੰਨਾ ਇਫੈਕਟਿਵ ਤੇ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਰਿਜ਼ਲਟਸ ਦੇ ਸਕਦਾ ਹੈ ਤੇ ਅਸੀਂ ਇਹਦੇ ਵੱਲ ਕਿਉਂ ਨਾ ਵਧੀਏ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਜ਼ਰੂਰਤਮੰਦ ਤੱਕ ਇਹ ਵੀਡੀਓ ਪਹੁੰਚ ਸਕੇ। ਜੋ ਨੁਸਖੇ ਸਾਨੂੰ ਡਾਕਟਰ ਸਾਹਿਬ ਨੇ ਦੱਸੇ ਨੇ ਉਸ ਨੂੰ ਅਜ਼ਮਾਓ। ਕਮੈਂਟ ਕਰੋ ਥੱਲੇ ਕਿ ਰਿਜ਼ਲਟਸ ਆਏ, ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਇਸ ਚੀਜ਼ ਦਾ, ਸਾਨੂੰ ਜ਼ਰੂਰ ਮੈਂਸ਼ਨ ਕਰਕੇ ਦੱਸੋ, ਕਿਉਂਕਿ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਇਹ ਬੜੀਆਂ ਪ੍ਰੀਸ਼ੀਅਸ ਨੇ, ਈਜ਼ੀਲੀ ਨਹੀਂ ਮਿਲਦੀਆਂ। ਇਹਨੂੰ ਅਜ਼ਮਾਓ, ਜ਼ਿੰਦਗੀ 'ਚ ਉਤਾਰੋ। ਤੇ ਸਭ ਤੋਂ ਵੱਡੀ ਗੱਲ ਜੋ ਸਰ ਨੇ ਕਹੀ ਕਿ ਲਾਈਫ ਸਟਾਈਲ ਜੋ ਹਰ ਇੱਕ ਦਾ ਬਹੁਤ ਖਰਾਬ ਹੈ। ਜੇ ਗੱਲ ਕਰੀਏ ਭਾਰਤੀਆਂ ਦੀ ਸਭ ਤੋਂ ਹੈਲਦੀ ਜਿਹੜੇ ਅਸੀਂ ਕੰਸੀਡਰ ਕਰਦੇ ਹਾਂ ਪੂਰੇ ਵਰਲਡ ਦੇ ਵਿੱਚ, ਤੇ ਆਪਣੀ ਉਹੀ ਆਯੁਰਵੇਦਾ ਨੂੰ ਲਾਈਫ 'ਚ ਫਿਰ ਉਤਾਰੀਏ, ਫਿਰ ਉਹੀ ਲਾਈਫ 'ਚ ਵਾਪਸ ਆਈਏ ਜਿੱਥੇ ਕਿ ਡਾਇਬੀਟੀਜ਼ ਫ੍ਰੀ ਦੁਨੀਆ 'ਚ ਅਸੀਂ ਰਹਿ ਸਕੀਏ। ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਸ਼ੋ ਪਸੰਦ ਆਇਆ ਹੋਵੇਗਾ। ਫਿਰ ਹਾਜ਼ਰ ਹੋਵਾਂਗੇ ਅਜਿਹੀ ਇੱਕ ਵਧੀਆ ਇਨਫੋਰਮੇਸ਼ਨ ਦੇ ਨਾਲ। ਤਦ ਤੱਕ ਜੁੜੇ ਰਹੋ ਸਾਡੇ ਨਾਲ। ਸਕਾਨਸ ਪੰਜਾਬ, ਸ਼ਿਵਾਨੀ।